बिस्मिल्लाहिर्रहमानिर्रहीम अस्सलाम वालेकुम नाइम रोज़ टीवी मुबारक जी ਤੁਹਾਡੀ ਖidmat 'ਚ ਹਾਜ਼ਰ ਹੈ ਨਾਲ ਹੀ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੇ ਪ੍ਰੋਗਰਾਮ ਤੁਹਾਨੂੰ ਮਿਲਦੇ ਰਹਿਣ। ਅੱਜ ਸਾਡੇ ਬਹੁਤ ਹੀ ਪਿਆਰੇ ਦੋਸਤ ਹਾਈਡਲਬਰਗ ਜਰਮਨੀ ਮੁਬਾਰਕ ਸਾਹਿਬ ਮੇਰੇ ਹਮ ਨਾਮ ਉਹਨਾਂ ਨਾਲ ਵੀ ਗੱਪਸ਼ਪ ਹੋਏਗੀ। ਚੱਲਨੇ ਹਾਈਡਲਬਰਗ। अस्सलाम वालेकुम। वालेकुम सलाम रहमतुल्लाहि व बरकातहू। हाँ जी मुबारक साहब की हाल चाल है? मैं क्या अल्हम्दुलिल्लाह इतने दोनों पासे ही मुबारक ने हाँ जी नाजरीन की माशाल्लाह। तो मैं क्या जी मौज होगी। बिल्कुल जी बिल्कुल, अच्छा दोनों पासे मुबारक। ते अपना मुबारक साहब कैसी गुजरी जिंदगी? हाँ जी अल्लाह ताला का फजल एहसान है, शुक्र है खुदा ताला। जिन्ना भी शुक्र करिए खुदा ताला दा उतना थोड़ा है। बल्कि बाज कार ते इस कदर शुक्र दा अंदाज हुंदा है कि आखीदा कि अल्लाह ताला किसी इम्तिहान च पा के सानू अजमाई ना, क्योंकि खुदा ताला दे बहुत फजल एहसान। बहुत खूब। अच्छा मैं ना इतने एक मुबारक तो वाकया भी मैंने याद आ गया कि जी 35 साल पहले एक मेरा दोस्त सी तो ਉਹਦਾ ਰਿਸ਼ਤਾ ਨਹੀਂ ਸੀ ਹੋ ਰਿਹਾ ਤੇ ਉਹਦਾ ਫਿਰ ਰਿਸ਼ਤਾ ਹੋ ਗਿਆ ਤੇ ਮੈਂ ਉਹਨਾਂ ਦੇ ਫੋਨ ਕਰਕੇ ਉਹਦੀ ਵਾਲਦਾ ਨੂੰ ਕਿਹਾ ਕਿ ਮੁਬਾਰਕ ਬੋਲ ਰਿਹਾ ਨਾ ਤੇ ਅੱਗੋਂ ਕਹਿੰਦੇ ਖੈਰ ਮੁਬਾਰਕ ਉਹ ਵਿਚਾਰੇ ਠੀਕ ਰਹੇ ਸੀ ਕਿ ਕੋਈ ਮੁਬਾਰਕਬਾਦ ਦੇਵੇ ਨਾ हाँ ਮੈਂ ये ਕਿਹਾ बिल्कुल ही होता है। ਮੇਰਾ ਨਾਮ ਮੁਬਾਰਕ ਹੈ। ਅੱਛਾ जी जी ਤੇ ਆਪਣਾ ਤੁਹਾਡੇ ਨਾਲ ਕਾਫੀ ਦੇਰ ਪਹਿਲੇ ਦਾ ਤਾਰਫ ਵੀ ਹੈ ਮੁਲਾਕਾਤ ਵੀ ਹੈ हाँ ਔਰ जी जी बिल्कुल। ਹਾਂਜੀ ਉਹਦੇ ਬਾਅਦ ਤੁਸੀਂ 9 ਬਦਸ ਟੀਵੀ ਤੇ ਦੇਖ ਕੇ ਮੇਰੇ ਨਾਲ ਰਾਬਤਾ ਕਾਇਮ ਕੀਤਾ ਸੀ ਨਾ। हाँ बिल्कुल बिल्कुल, मैं पिता ही राबता कह रहा हूँ। कैसे लगदे प्रोग्राम साडे ਤੁਹਾਨੂੰ? बादशाह बहुत माशाल्लाह बहुत अच्छे ने प्रोग्राम थोड़े मैं देखना हूं ना, जी जी मतलब कि बाज कर शायद ही कोई बाज कर कोई ऐसा कोई रह जाए, लेकिन मैं अक्सर देखना होना प्रोग्राम ਜਜ਼ਾਕੱਲਾ। ते ਬਸ ਇਹ ਤੁਹਾਡੇ ਦੋਸਤਾਂ ਦੀ ਬਜ਼ੁਰਗਾਂ ਦੀ ਦੁਆਵਾਂ ਨੇ ਔਰ ਉਹਦੀ ਵਜ੍ਹਾ ਸੇ ਅੱਲਾ ਦੇ ਫਜ਼ਲ ਨਾਲ ਦਿਨ ਬ ਦਿਨ ਬਿਹਤਰ ਕਰ ਰਹੇ ਅਸੀਂ ਨਾ। ਹਾਂ ਨਾਲੇ ਸਭ ਤੋਂ ਵੱਡੇ ਇਹਦੇ ਵਿੱਚ ਇਹ ਵੇ ਕਿ ਜਿਹੜਾ ਤੁਸੀਂ ਮੁxtਲਿਫ ਮੁਲਕਾਂ ਤੋਂ ਆਪਣੇ ਪੁਰਾਣੇ ਆਮਦੀ ਜਿਹੜੇ ਨੇ ਰਬਵਾ ਦੇ ਰਹਿਣ ਵਾਲੇ ਜਾਂ ਜੀ ਜੀ ਦੂਸਰੇ ਉਹਨਾਂ ਦੇ ਇੰਟਰਵਿਊ ਲੈਂਦੇ, ਉਹਨਾਂ ਨਾਲ ਮੁਲਾਕਾਤ ਹੋ ਜਾਂਦੀ ਹੈ ਬਿਲਕੁਲ ਬਿਲकुल। ਉਹ ਕਈ ਦਫਾ और ਤੇ हालात का पता लगता है। बहुत ही अच्छा मतलब इस ਕਈ ਦਫਾ ਤੇ ਸਾਨੂੰ ਬੜੇ ਆਪਣਾ ਮੈਸੇਜ ਆਉਂਦੇ ਨੇ ਕਿ ਅਸੀਂ ਇਹਨਾਂ ਨੂੰ ਜਾਣਦੇ ਹਾਂ, ਸਾਨੂੰ ਇਹਨਾਂ ਦਾ ਨੰਬਰ ਭੇਜੋ, ਸਾਨੂੰ ਤੇ ਪਤਾ ਹੀ ਨਹੀਂ ਸੀ ਕਿੱਥੇ ਹੈਗੇ ਨੇ। ਕਈ ਦਫਾ बिल्कुल ਅੱਲਾ ਦੇ बिल्कुल ਫਜ਼ਲ बिल्कुल ਦੇ जी ਨਾਲ। एक ਜੀ ਜੀ हाँ देखो ये भी एक कितना बेहतरीन एक राबते का जरिया भी बन गया। ਜੀ ਜੀ ਬਿਲਕੁਲ। ਅੱਛਾ ਅੱਜ ਮੈਂ ਕਿਹਾ सही ਤੁਹਾਡੇ ਨਾਲ ਵੀ ਪੁੱਛੀਏ ਸੋ ਤੁਸੀਂ ਵੀ ਕੀ ਸਾਡੇ ਲਈ ਅੱਜ ਨਾਜ਼ਰੀਨ ਲਈ ਕੁਝ ਪੇਸ਼ ਕਰੋਗੇ ਅੱਜ? अच्छा वो मैनू ख्याल आया सी ਜੀ ਜੀ कि मैं थोड़े शेयर करना वो एक यानी कि बा अदब बा नसीब बेअदब बेनसीब तो मिसाल सुनी होगी ਜੀ ਜੀ ते उस लिहाज नाल है ते लेकिन उस तो पहले मैं अपने खानदानी हालात तुहानू जेहड़े ना थोड़े दस देना ਜੀ ਜੀ ਪਲੀਜ਼। कि मतलब है कि ये गल किते मेरा ख्याल है सन 1914-15 ਦੀ ਦੇ ਏੜ ਗੇੜ ਦੀ ਹੋਏਗੀ ਕੋਈ ਤਕਰੀਬਨ ਜੀ ਨਾ। ਜੀ 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 ਤੇ ਸਾਡੇ ਵਾਲਦ ਸਾਹਿਬ ਜਿਹੜੇ ਸਨ ਨਾ ਇਹ ਰਹਿਣ ਵਾਲੇ ਨੇ ਪਸਰੂਰ ਦੇ ਨਾਲ ਇੱਕ ਜਗ੍ਹਾ ਹੈ ਪਣਾ ਵਾਲਾ ਥੇ, ਜੀ ਜੀ ਉੱਥੇ ਰਹਿੰਦੇ ਸਨ। ਜੀ ਜੀ ਤੇ ਸਾਡੇ ਦਾਦੀ ਜੀ ਤੇ ਦਾਦਾ ਜੀ ਸਾਡੇ ਫੌਜ ਚ ਹੁੰਦੇ ਸਨ। ਜੀ ਜੀ ਤੇ ਫੌਜ ਦੇ ਵਿੱਚ ਹੀ ਫਿਰ ਉਹ ਫੌਜ ਦੀ ਡਿਊਟੀ ਦੇ ਦੌਰਾਨ ਹੀ ਨਾ ਉਹ ਫੌਤ ਹੋ ਗਏ ਸਨ। ਉਹ ਮਤਲਬ ਕਿ ਸੱਪ ਨੇ ਡਸ ਲਿਆ ਉਹਨਾਂ ਨੂੰ, ਕਿਸ ਤਰ੍ਹਾਂ ਦਾ ਕਰਕੇ ਦੱਸਦੇ ਸਨ ਜੀ ਜੀ ਤੇ ਬਹਰਹਾਲ ਉਸ ਤੋਂ ਬਾਅਦ ਫਿਰ ਉਹ ਮਤਲਬ ਦਾਦਾ ਜੀ ਸਾਡੇ ਫੌਤ ਹੋ ਗਏ ਤੇ ਸਾਡੇ ਜਿਹੜੇ ਤਾਇਆ ਜੀ ਸਨ ਸਭ ਤੋਂ ਵੱਡੇ, ਮਤਲਬ ਉਹਨਾਂ ਦਾ ਨਾਮ ਕਾਦੀ ਮੁਹੰਮਦ ਨਜ਼ੀਰ ਉਹਨਾਂ ਦਾ ਨਾਮ ਸੀ। ਜੀ ਜੀ ਉਹ ਸਾਡੇ ਵਾਲਦ ਸਾਹਿਬ ਤੋਂ 11 ਸਾਲ ਵੱਡੇ ਸਨ। ਠੀਕ ਉਹਨਾਂ ਨੇ ਫਿਰ ਆਪਣੀ ਘਰ ਦੀ ਛੋਟੇ ਭੈਣ ਭਾਈਆਂ ਦੀ ਕਫਾਲਤ ਕੀਤੀ ਉਹਨਾਂ। ਜੀ ਜੀ ਬੇਸ਼ੱਕ ਸਾਡੇ ਦਾਦੀ ਜੀ ਨੇ ਮਤਲਬ ਸ਼ਾਦੀ ਇੱਕ ਕਰ ਲਈ ਸੀ ਉਹਨਾਂ ਦੇ ਛੋਟੇ ਭਾਈ ਨਾਲ, ਬਾਅਦ ਵਿੱਚ ਹੋ ਗਈ ਸੀ, ਲੇਕਿਨ ਉਹ ਮਤਲਬ ਚੂੰਕਿ ਉਹਨਾਂ ਦੇ ਦੂਸਰੇ ਵੀ ਬੱਚੇ ਸਨ ਉਹ ਜ਼ਿਆਦਾ ਉਧਰ ਹੀ ਜ਼ਿਆਦਾ ਰਹਿੰਦੇ ਸਨ। ਜੀ ਜੀ ਤੇ ਉਹ ਫਿਰ ਜ਼ਾਹਿਰ ਇੱਕ ਮਤਲਬ ਸਾਡੇ ਤਾਇਆ ਜੀ ਨੇ ਇੱਕ ਬਾਪ ਦੀ ਸੀ ਜੀ ਮਤਲਬ ਘਰਦਿਆਂ ਦੀ ਕਫਾਲਤ ਕੀਤੀ। ਜੀ ਜੀ ਤੇ ਬਲਕਿ ਉਹ ਇੱਕ ਹੋਰ ਤੁਹਾਨੂੰ ਦੱਸਾਂ ਕਿ ਇੱਕ ਸ਼ਾਇਦ ਤੁਸੀਂ ਸੁਣਿਆ ਹੈਗਾ ਕਿ ਮੋਖਲ ਪਿੰਡ ਹੈ ਮੋਖਲ। ਨਹੀਂ ਮੈਂ ਨਹੀਂ ਸੁਣਿਆ। ਅੱਛਾ ਤੁਸੀਂ ਨਹੀਂ ਸੁਣਿਆ? ਤੁਸੀਂ ਚੁੰਗੇ ਜ਼ਿਆਦਾ ਰਬੋਏ ਰਹੇ ਹੋ। ਜੀ ਜੀ ਇਹ ਵੀ ਜ਼ਿਲ੍ਹੇ ਸਿਆਲਕੋਟ ਦੇ ਵਿੱਚ ਮੋਖਲੀ, ਇਹ ਖਾਸ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਚੋਰਾਂ ਦਾ ਪਿੰਡ ਕਲਾਇਆ ਜਾਂਦਾ ਸੀ। ਅੱਛਾ ਫਿਰ ਤਾਂ ਹੀ ਨਹੀਂ ਮੈਂ ਸੁਣਿਆ ਨਾ।
ਅੱਛਾ ਤੇ ਉੱਥੇ ਅੰਗਰੇਜ਼ ਗਵਰਨਮੈਂਟ ਬੜੀ ਤੰਗ ਸੀ ਉਸ ਪਿੰਡ ਤੋਂ। ਜੀ ਜੀ ਉੱਥੇ ਫਿਰ ਨਾ ਇਹਨਾਂ ਅੰਗਰੇਜ਼ ਹਕੂਮਤ ਨੇ ਉੱਥੋਂ ਦੇ ਜਿਹੜਾ ਸੀ ਕੋਈ ਜੋ ਵੀ ਮੁੰਤਜ਼ਮ ਹੋਣਗੇ ਪੁਲਿਸ ਇੰਚਾਰਜ ਜਾਂ ਜੋ ਵੀ, ਉਹਨਾਂ ਸੋਚਿਆ ਕਿ ਇਹਨਾਂ ਦੀ ਤਰਬੀਅਤ ਵਾਸਤੇ ਇੱਥੇ ਕੋਈ ਤਾਲੀਮ ਦਾ ਕੋਈ ਇਜਰਾ ਕਰਨਾ ਚਾਹੀਦਾ ਹੈ। ਜੀ ਜੀ ਉੱਥੇ ਉਹਨਾਂ ਸਾਡੇ ਦਾਦੀ ਜੀ ਜਿਹੜੇ ਨੇ ਨਾ, ਉਹਨਾਂ ਨੂੰ ਉੱਥੇ ਲੜਕੀਆਂ ਦੀ ਤਾਲੀਮ ਵਾਸਤੇ ਲਗਾਤਾ ਜੀ। ਜੀ ਜੀ ਤੇ ਸਾਡੇ ਦਾਦਾ ਜੀ ਜਿਹੜੇ ਨੇ ਨਾ, ਉਹਨਾਂ ਨੂੰ ਫਿਰ ਉੱਥੇ ਲਗਾਤਾ, ਯਾਨੀ ਕਿ ਜਿਹੜੇ ਦੂਸਰੇ ਦਾਦਾ ਜੀ ਨੇ ਉਹਨਾਂ ਨੂੰ ਜੀ ਜੀ ਉਹਨਾਂ ਨੂੰ ਲਗਾਤਾ ਕਿ ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਜਿਵੇਂ ਹੁੰਦਾ ਕਿ ਪਹਿਲੀ 1-2 ਕਲਾਸਾਂ ਨੂੰ ਥੋੜੀ ਜਿਹੀ ਯਾਨੀ ਕਿ ਮਸਰੂਫ ਰਹਿਣ ਲੋਕੀ, ਜੀ ਜੀ ਨਾਲੇ ਤਾਲੀਮੋ ਤਰਬੀਅਤ। ਉੱਥੇ ਫਿਰ ਸਾਡੇ ਦਾਦੀ ਜੀ ਸਾਲ 2 ਸਾਲ ਪੜ੍ਹਾਉਂਦੇ ਰਹੇ ਸਾਡੇ ਦਾਦਾ ਜੀ। ਇਹ ਤਾਂ ਖੈਰ ਐਵੇਂ ਜ਼ਿਮਨੀ ਵਿੱਚ ਆਪਣੇ ਖਾਨਦਾਨੀ ਹਾਲਾਤ ਦੇ ਵਿੱਚ ਗੱਲ ਆ ਗਈ। ਜੀ ਜੀ ਤੇ ਅਸਲ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਸਾਂ ਉਹ ਇਹ ਸੀ ਕਿ ਮੇਰਾ ਅੱਜ ਦੇ ਗੱਲ ਦਾ ਜਿਹੜਾ ਸੀ ਮੌਜੂਦ ਸੀ ਉਹ ਇਹ ਸੀ ਕਿ ਬਾਅਦ ਬਾਨਸੀਬ। ਜੀ ਜੀ ਉਹ ਦੂਸਰੇ ਪਹਿਲੂ ਤੇ ਮੈਂ ਨਹੀਂ ਰੋਸ਼ਨੀ ਪਾਵਾਂਗਾ, ਕਿਉਂਕਿ ਉਹ ਤਾਂ ਫਿਰ ਕਿਸੇ ਦੀ ਮਤਲਬ ਜ਼ਾਹਿਰ ਖਿਆਲ ਰੱਖਣਾ ਪੈਂਦਾ। ਜੀ ਅੱਛਾ, ਸਾਡੇ ਤਾਇਆ ਜੀ ਜਿਹੜੇ ਨੇ ਉਹ ਨਾਲ ਹੀ ਇੱਕ ਪਿੰਡ ਸਤਰਾ ਜੀ ਜੀ ਪਣਾ ਵਾਲੇ ਥੇ ਤੋਂ ਜਿਹੜਾ ਪਸਰੂਰ ਰੋਡ ਜਾਂਦੀ ਨਾ, ਇਹ ਮੀਆਂ ਵਾਲੀ ਬੰਗਲੇ ਤੋਂ ਰੋਡ ਜਾਂਦੀ ਹੈ ਪਸਰੂਰ, ਤੇ ਉਸੇ ਰੋਡ ਦੇ ਉੱਤੇ ਹੀ ਪਣਾ ਵਾਲੇ ਥੇ ਤੇ ਮੀਆਂ ਵਾਲੀ ਬੰਗਲੇ ਤੋਂ ਕੁਝ ਦੂਰ ਸਤਰਾ ਹੈ। ਜੀ ਜੀ ਉੱਥੇ ਸਾਡੇ ਤਾਇਆ ਜੀ ਮਤਲਬ ਪੜ੍ਹਨ ਲੱਗ ਪਏ। ਉਹੀ ਨਜ਼ਦੀਕ ਸਕੂਲ ਸੀ। ਜੀ ਜੀ ਉੱਥੇ ਮਤਲਬ ਉਹਨਾਂ ਪੜ੍ਹਾਈ ਸ਼ੁਰੂ ਕਰ ਦਿੱਤੀ। ਜੀ ਜੀ ਬਾਕੀ ਭੈਣ ਭਰਾ ਚੂੰਕਿ ਬਹੁਤ ਛੋਟੇ ਸਨ, ਸਾਡੇ ਅੱਬਾ ਜੀ 11 ਸਾਲ ਛੋਟੇ ਸਨ, ਇਸ ਤੋਂ ਵੱਡੇ ਹੋਰ ਸਾਡੇ ਤਾਇਆ ਜੀ ਸਨ, ਉਹ ਉਹਨਾਂ ਤੋਂ 9 ਸਾਲ ਛੋਟੇ ਸਨ। ਜੀ ਜੀ ਤੇ ਉੱਥੇ ਉਹਨਾਂ ਪੜ੍ਹਾਈ ਸ਼ੁਰੂ ਕੀਤੀ ਤੇ ਉਹ ਮਤਲਬ ਅੱਲਾ ਦੇ ਫਜ਼ਲ ਨਾਲ ਸਾਡਾ ਖਾਨਦਾਨ ਸ਼ੁਰੂ ਤੋਂ ਅੱਲਾਹ ਤਾਲਾ ਦੇ ਫਜ਼ਲ, ਉਦੋਂ ਆਮਦੀਨ ਨਹੀਂ ਸੀ, ਆਮਦੀ ਨਹੀਂ ਸਨ, ਅੱਛਾ ਉਦੋਂ ਨਹੀਂ ਸਨ ਆਮਦੀ, ਆਮਦੀਅਤ ਦਾ ਪਤਾ ਹੀ ਨਹੀਂ ਸੀ ਉਦੋਂ ਨਾ ਅੱਛਾ ਉਹਨਾਂ ਨੂੰ। ਜੀ ਜੀ ਤੇ ਲੇਕਿਨ ਮਜ਼ਹਬੀ ਸਨ ਲੋਕੀ। ਸਾਡੇ ਦਾਦੀ ਜੀ ਅੱਲਾਹ ਤਾਲਾ ਬਹੁਤ ਹੀ ਅੱਛਾ ਕੁਰਾਨ ਜੀ ਪੜ੍ਹੇ ਸਨ, ਬਾ ਤਰਜਮਾ। ਜੀ ਜੀ ਅਸੀਂ ਪੂਰੇ ਅੰਬੀਆ, ਜਿੰਨੇ ਵੀ ਕੁਰਾਨ ਜੀ ਚ ਅੰਬੀਆ ਦਾ ਜ਼ਿਕਰ ਹੁੰਦਾ ਹੈ, ਸਭ ਅਸੀਂ ਬਚਪਨ ਤੋਂ ਆਪਣੇ ਬੇਬੇ ਜੀ ਕਹਿੰਦੇ ਸਨ ਦਾਦੀ, ਉਹਨਾਂ ਕੋਲ ਸੁਣੇ ਨੇ ਵਾਕਿਆ। ਜੀ ਜੀ ਔਰ ਸਾਨੂੰ ਜਦੋਂ ਅਸੀਂ ਰਾਤ ਨੂੰ ਉਹਨਾਂ ਨੂੰ ਘੁੱਟਣ ਲੱਗਣਾ ਨਾ, ਉਹਨਾਂ ਕਹਿਣਾ ਕਿ ਹਾਂ ਵੀ ਪੁੱਤਰ ਅੱਜ ਤੈਨੂੰ ਮੈਂ ਕਿਹਦੀ ਕਹਾਣੀ ਸੁਣਾਵਾਂ, ਹਜ਼ਰਤ ਯੂਨਸ ਦੀ ਸੁਣਾਵਾਂ। ਕਹਿਣਾ ਨਹੀਂ ਬੇਬੇ ਇਹ ਤੇ ਹਾਂ ਸੁਣੀ ਹੈ। ਫਿਰ ਹਜ਼ਰਤ ਅਯੂਬ ਦੀ ਸੁਣਾਵਾਂ, ਉਹ ਜੇ ਨਹੀਂ ਸੁਣੀ ਤੇ ਕਹਾਂ ਚਲੋ ਇਹ ਸੁਣਾਓ। ਉਹ ਇਸ ਤਰ੍ਹਾਂ ਉਹਨਾਂ ਸਾਰੇ ਅੰਬੀਆ ਦੀਆਂ ਕਹਾਣੀਆਂ ਸੁਣਾਈਆਂ। ਜੀ ਜੀ ਤੋ ਮਹਾਰਾਜ ਉਹ ਤਾਇਆ ਜੀ ਸਾਡੇ ਜਿਹੜੇ ਨੇ ਉੱਥੇ ਉਹਨਾਂ ਮਤਲਬ 17 ਪੜ੍ਹਨਾ ਸ਼ੁਰੂ ਕਰ ਦਿੱਤਾ। ਜੀ ਜੀ ਉਦੋਂ ਉੱਥੇ ਵੀ ਮਿਡਲ ਤੱਕ ਹੁੰਦਾ ਸੀ ਸਕੂਲ ਨਾ। ਜੀ ਜੀ ਤੇ ਸਾਡੇ ਤਾਇਆ ਜੀ ਉੱਥੇ ਹੀ ਪੜ੍ਹ ਕੇ ਤੇ ਉਹਨਾਂ ਫਿਰ ਉਹ ਜਿਹੜਾ ਇੱਕ ਮਦਰਸ ਦਾ ਸਕੂਲ ਹੁੰਦਾ ਹੈ ਨਾ, ਕੋਰਸ ਹੁੰਦਾ ਹੈ, ਉਹਨੂੰ ਕੀ ਕਹਿੰਦੇ ਨੇ, ਨਾਰਮਲ ਕੋਰਸ ਕਰ ਲਿਆ, ਜਿਹਨੂੰ ਅੱਜ ਕੱਲ੍ਹ PTC ਜਾਂ ਨਾਰਮਲ ਕਹਿੰਦੇ ਸਨ ਮੇਰਾ ਕੋਲ। ਜੀ ਜੀ ਸਕੂਲ ਟੀਚਰ ਦਾ ਕੋਰਸ ਉਹਨਾਂ ਕਰ ਲਿਆ। ਜੀ ਜੀ ਕਰਕੇ ਤੇ ਗਵਰਨਮੈਂਟ ਨੇ ਉਹਨਾਂ ਦੀ ਤਕਰਰੀ ਉੱਥੇ ਹੀ ਕਰ ਦਿੱਤੀ, 17 ਸਕੂਲ ਦੇ ਵਿੱਚ ਹੀ ਤਕਰਰੀ ਕਰ ਦਿੱਤੀ। ਜੀ ਜੀ ਅੱਛਾ, ਮੈਂ ਨਾਲ ਚਾਹ ਵੀ ਪੀ ਲਿਆ। ਜੀ ਠੀਕ ਹੈ। ਅੱਛਾ, ਕਿਉਂਕਿ ਨਾਸ਼ਤੇ ਦੀ ਮੇਜ਼ ਤੇ ਬੈਠੇ ਸਾਂ। ਅੱਛਾ ਚਲੋ ਅੱਛਾ ਜੀ। ਕੋਈ ਗੱਲ ਨਹੀਂ। ਤੇ ਉਹ ਜਨਾਬ ਜਦੋਂ ਉਹਨਾਂ ਤਕਰਰੀ ਉੱਥੇ ਕਰ ਦਿੱਤੀ ਨਾ, ਜੀ ਜੀ ਤੇ ਉਹ ਸਾਡੇ ਤਾਇਆ ਜੀ ਜਿਹੜੇ ਨੇ ਜੀ 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 ਅੱਛਾ, ਸਾਡੇ ਤਾਇਆ ਜੀ ਮਤਲਬ ਘਰ ਆ ਕੇ ਦੱਸਣ ਮਤਲਬ ਬੇਬੇ ਜੀ ਨੂੰ, ਕਹਿਣ ਲੱਗੇ ਕਿ ਮੇਰਾ ਇਸ ਸਕੂਲ 'ਚ ਪੜ੍ਹਾਉਣ ਤੇ ਦਿਲ ਨਹੀਂ ਕਰਦਾ। ਠੀਕ। ਕਹਿੰਦੇ ਨੇ ਇਸ ਵਾਸਤੇ ਦਿਲ ਨਹੀਂ ਕਰਦਾ ਕਿ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਆਪਣੇ ਉਸਤਾਦਾਂ ਦੇ ਬਰਾਬਰ ਕੁਰਸੀ ਤੇ ਬੈਠਾਂ। ਅੱਛਾ। ਤੇ ਮੇਰਾ ਹਰ ਵਕਤ ਇੱਧਰ ਹੀ ਧਿਆਨ ਰਹਿੰਦਾ ਹੈ ਕਿ ਮੈਂ ਆਪਣੇ ਉਸਤਾਦ ਦੇ ਬਰਾਬਰ ਬੈਠਾ ਕੁਰਸੀ ਤੇ ਮੇਰਾ ਪੜ੍ਹਾਈ ਵਾਲਾ ਯਾਨੀ ਕਿ ਜਿਹੜਾ ਉਹ ਆਪਣੀ ਡਿਊਟੀ ਹੈ ਉਧਰ ਮੇਰੀ ਤੋਜੋ ਘੱਟ ਹੁੰਦੀ ਤੇ ਇੱਧਰ ਮੇਰੀ ਜ਼ਿਆਦਾ ਹੁੰਦੀ ਕਿ ਮੈਂ ਬੇਅਦਬੀ ਕਰ ਰਿਹਾ ਕਿ ਉਸਤਾਦ ਦੇ ਬਰਾਬਰ ਬੈਠਾ। ਜੀ ਜੀ ਲਿਹਾਜ਼ਾ ਕੁਝ ਟਾਈਮ ਗੁਜ਼ਰਿਆ ਤੇ ਉਹਨਾਂ ਨੇ ਨਾ ਇਸ ਚੀਜ਼ ਦਾ ਇਜ਼ਹਾਰ ਜੀ ਆਪਣੇ ਮਤਲਬ ਕਿ ਟੀਚਰ ਦੇ ਨਾਲ ਕੀਤਾ। ਜੀ ਤੇ ਉਹਨਾਂ ਮਤਲਬ ਇਹ ਨਹੀਂ ਪਤਾ ਕਿ ਉਹਨਾਂ ਕੀ ਕਿਹਾ, ਉਹਨਾਂ ਨੂੰ ਕੀ ਮਸ਼ਵਰਾ ਦਿੱਤਾ।
ਬਹਰਹਾਲ ਉਹਨਾਂ ਫਿਰ ਤੰਗ ਆ ਕੇ ਸਾਡੇ ਤਾਇਆ ਜੀ ਨਾਲ ਮਤਲਬ ਐਜੂਕੇਸ਼ਨ ਦੇ ਮਹਿਕਮੇ 'ਚ ਦਰਖਾਸਤ ਦਿੱਤੀ ਕਿ ਜੀ ਮੇਰੀ ਮਤਲਬ ਮਜਬੂਰੀ ਹੈ ਜੀ ਜੀ ਕਿ ਮੈਂ ਇਸ ਸਕੂਲ 'ਚ ਨਹੀਂ ਪੜ੍ਹਾ ਸਕਦਾ, ਕਿਉਂਕਿ ਸਭ ਤੋਂ ਮੇਰੇ ਜ਼ਿਹਨ ਤੇ ਹਰ ਵਕਤ ਇਹ ਚੀਜ਼ ਹਾਵੀ ਰਹਿੰਦੀ ਹੈ ਕਿ ਮਤਲਬ ਮੈਂ ਉਸਤਾਦਾਂ ਦੇ ਬਰਾਬਰ ਬੈਠਾ ਤੇ ਇਹ ਬੇਅਦਬੀ ਵਾਲੀ ਗੱਲ। ਬਹੁਤ ਜ਼ਬਰਦਸਤ। ਉਹਨਾਂ ਨੇ ਜਨਾਬ ਫਿਰ ਨਾ ਉਹਨਾਂ ਦੀ ਕਹਿੰਦੇ ਅੱਛਾ ਜੀ ਵੇਖਦੇ ਆ ਕੁਝ। ਜੀ ਜੀ ਉਹਨਾਂ ਨੇ ਜਨਾਬ ਉਹਨਾਂ ਦੀ ਫਿਰ ਨਾ ਵੇਖਿਆ ਵੀ ਹੁਣ ਕਿੱਥੇ ਇਹਨਾਂ ਦੀ ਟ੍ਰਾਂਸਫਰ ਕਰੀਏ। ਜੀ ਜੀ ਦੇਖੋ ਖੁਦਾ ਤਾਲਾ ਨੂੰ ਜਦੋਂ ਕੋਈ ਇਨਸਾਨ ਦੀ ਚੀਜ਼ ਪਸੰਦ ਆਉਂਦੀ ਹੈ ਤਾਂ ਅੱਲਾਹ ਤਾਲਾ ਉਹਦੇ ਵਾਸਤੇ ਫਿਰ ਕਿੰਨਾ ਮਤਲਬ ਇੱਕ ਉਹਨੂੰ ਅਜਰ ਦਿੰਦਾ ਹੈ ਇਸ ਰੰਗ ਦੇ ਵਿੱਚ। ਜੀ ਜੀ ਇੱਕ ਚੌੜਾ ਸੱਗਰ ਇਹ ਜ਼ਿਲ੍ਹੇ ਸ਼ਿਵਪੁਰ ਦੇ ਵਿੱਚ ਤਹਿਸੀਲ ਨਨਕਾਣੇ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਗਵਰਨਮੈਂਟ ਨੇ ਬਣਾਇਆ ਸੀ, ਮਤਲਬ ਕੁਝ ਦੇਰ ਪਹਿਲੇ ਹੀ ਅਜੇ ਬਣਿਆ ਸੀ, ਕੋਈ 2-4 ਸਾਲ ਪਹਿਲੇ ਹੀ ਨਵਾਂ ਹੀ ਬਣਿਆ ਸੀ। ਜੀ ਜੀ ਉੱਥੇ ਉਹਨਾਂ ਦੀ ਟ੍ਰਾਂਸਫਰ ਕਰ ਦਿੱਤੀ। ਠੀਕ। ਉੱਥੇ ਇਹ ਮਤਲਬ ਉੱਥੇ ਚੁੰਗੇ ਇੱਕ ਟੀਚਰ ਦੀ ਜਗ੍ਹਾ ਖਾਲੀ ਸੀ, ਇੱਕ ਟੀਚਰ ਹੈ ਸਨ ਉੱਥੇ ਹਾਂਜੀ ਫਸਟ ਤੇ ਸੈਕੰਡ ਟੀਚਰ ਦੇ, ਕਿਉਂਕਿ ਤੁਹਾਨੂੰ ਪਤਾ ਪੁਰਾਣੇ ਜ਼ਮਾਨੇ 'ਚ ਪ੍ਰਾਇਮਰੀ ਸਕੂਲਾਂ 'ਚ 2 ਟੀਚਰ ਹੁੰਦੇ ਹਨ ਹਾਂਜੀ, ਵੱਡਾ ਮਾਸਟਰ ਤੇ ਛੋਟਾ ਮਾਸਟਰ। ਮਾਸ਼ਾਅੱਲਾ ਗੱਲਬਾਤ ਬੜੀ। ਕਿੰਨਾ ਟਾਈਮ ਹੋਰ ਲੱਗੇਗਾ? ਉਹ ਸਾਰਾ ਹੋ ਰਿਹਾ ਕਿਉਂਕਿ ਟਾਈਮ ਅੱਛਾ ਕਿਉਂ ਲੰਬੀ ਹੋ ਗਈ ਹੈ? ਨਹੀਂ ਵੈਸੇ ਮੈਂ ਕਿਹਾ ਮੁਖਤਸਰ ਹੀ ਜਾਂ ਬ੍ਰੇਕ ਲੈ ਲਵਾਂ ਇੱਕ ਮੈਂ? ਅੱਛਾ ਲੈ ਲਓ ਬ੍ਰੇਕ। ਚਲੋ ਬ੍ਰੇਕ ਮੈਂ ਹੁਣ ਇੱਧਰ ਚਾਹ ਦਾ ਘੁੱਟ ਭਰ ਲੈਣਾ। ਨਾਜ਼ਰੀਨ ਸ਼ਾਰਟ ਬ੍ਰੇਕ ਤੋਂ ਬਾਅਦ ਦੁਬਾਰਾ ਤੁਹਾਡੀ ਖਿਦਮਤ 'ਚ ਹਾਜ਼ਰ। ਜੀ ਨਾਜ਼ਰੀਨ ਬ੍ਰੇਕ ਤੋਂ ਬਾਅਦ ਮੁਬਾਰਕ ਜੀ ਤੁਹਾਡੀ ਖਿਦਮਤ 'ਚ ਹਾਜ਼ਰ। ਸਾਡੇ ਨਾਲ ਦੂਸਰੇ ਤਰਫ ਵੀ ਮੁਬਾਰਕ ਸਾਹਿਬ ਨੇ ਹਾਈਡਲਬਰਗ ਜਰਮਨੀ ਤੋਂ। ਜੀ ਮੁਬਾਰਕ ਸਾਹਿਬ ਤੁਸੀਂ ਵਾਕਿਆ ਬਿਆਨ ਕਰ ਰਹੇ ਸੀ। ਜੀ ਉਹ ਉਸ ਤੋਂ ਬਾਅਦ ਦੇਖੋ ਜੀ ਇਤਫਾਕ ਐਸਾ ਕਿ ਇਹ ਉੱਥੇ ਚੁੰਕੇ ਇੱਕ ਸੈਕੰਡ ਮੁਦਰਸ ਜਿਹੜਾ ਸੀ ਉਹਦੀ ਜਗ੍ਹਾ ਖਾਲੀ ਸੀ। ਜੀ ਜੀ ਤੇ ਜਦੋਂ ਸਾਡੇ ਤਾਇਆ ਜੀ ਮੁਹੰਮਦ ਨਜ਼ੀਰ ਉਹਨਾਂ ਦਾ ਨਾਂ ਸੀ, ਜੀ ਜੀ ਉਹ ਜਦੋਂ ਗਵਰਨਮੈਂਟ ਨੇ ਉਹਨਾਂ ਨੂੰ ਟ੍ਰਾਂਸਫਰ ਕਰਕੇ ਇੱਥੇ ਭੇਜਿਆ ਚੌੜੇ ਸੱਗਰ ਇੱਕ ਸੈਕੰਡ ਮੁਦੱਸਰ ਦੇ ਤੌਰ ਤੇ। ਤੇ ਦੇਖੋ ਐਸਾ ਇਤਫਾਕ ਹੈ ਉੱਥੇ ਖੁਦਾ ਦੇ ਫਜ਼ਲ ਨਾਲ ਜਿਹੜਾ ਆ ਕੇ ਦੇਖਿਆ ਕਿ ਉਹ ਜਿਹੜੇ ਟੀਚਰ ਸਨ ਉਹ ਆਮਦੀ ਸਨ। ਅੱਛਾ। ਉਹਨਾਂ ਦਾ ਨਾਮ ਸੀ ਮੁਨਸ਼ੀ ਮੁਹੰਮਦ ਦੀਨ ਸਾਹਿਬ। ਜੀ ਜੀ ਉਹ ਆਮਦੀ ਸਨ। ਜੀ ਜੀ ਤੇ ਉਹਨਾਂ ਦੇ ਜ਼ਰੀਏ ਫਿਰ ਮਤਲਬ ਇਹ ਉੱਥੇ ਚੂੰਕਿ ਉਹਨਾਂ ਦੇ ਨਾਲ ਸੈਕੰਡ ਮਾਸਟਰ ਦੇ ਤੌਰ ਤੇ ਇਹਨਾਂ ਸ਼ੁਰੂ ਕਰ ਦਿੱਤਾ। ਜੀ ਜੀ ਫਿਰ ਉਹਨਾਂ ਨੇ ਜਿਹੜੇ ਮੁਨਸ਼ੀ ਮੁਹੰਮਦ ਦੀਨ ਸਾਹਿਬ ਸਨ ਉਹਨਾਂ ਨੇ ਫਿਰ ਇਹਨਾਂ ਨੂੰ ਚੂੰਕਿ ਮਜ਼ਹਬੀ ਘਰਾਣਾ ਸੀ, ਦੀਨ ਦੇ ਨਾਲ ਇਹਨਾਂ ਦਾ ਬੜਾ ਸ਼ਗਫ ਸੀ ਅੱਛਾ। ਜੀ ਜੀ ਤੇ ਇਹਨਾਂ ਨੇ ਫਿਰ ਉਹਨਾਂ ਨੂੰ ਮਤਲਬ ਮੁਨਸ਼ੀ ਮੁਹੰਮਦ ਦੀਨ ਸਾਹਿਬ ਨੇ ਸਾਡੇ ਤਾਇਆ ਜੀ ਨੂੰ ਦੂਸਰਾ ਜਮਾਤ ਦੇ ਬਾਰੇ ਚ ਗੱਲਾਂ ਮਤਲਬ ਦੱਸਣੀ ਸ਼ੁਰੂ ਕੀਤੀਆਂ। ਜੀ ਜੀ ਤੇ ਜਿਹੜੇ ਨੇਕ ਫਿਤਰਤ ਲੋਕ ਹੁੰਦੇ ਨੇ ਉਹਨਾਂ ਨੂੰ ਹਰ ਅੱਛੀ ਗੱਲ ਜਿਹੜੀ ਹੈ ਉਹ ਪਸੰਦ ਆਉਂਦੀ ਹੈ, ਦਿਲ ਚ ਉਤਰਦੀ ਹੈ। ਜੀ ਜੀ ਤੇ ਉਹਨਾਂ ਨੇ ਫਿਰ ਨਾ ਮਤਲਬ ਅੱਲਾ ਦੇ ਫਿਰ ਨਾ ਮਤਲਬ ਆਮਦੀਅਤ ਉਹਨਾਂ ਦੇ ਦਿਲ ਦੇ ਵਿੱਚ, ਉਹਦੀ ਆਮਦੀ ਦੀ ਸਚਾਈ ਜਿਹੜੀ ਹੈ ਉਹਨਾਂ ਦੇ ਦਿਲ ਦੇ ਵਿੱਚ ਉਤਰ ਗਈ ਸਾਡੇ ਤਾਇਆ ਜੀ ਦੇ ਦਿਲ। ਮਾਸ਼ਾਅੱਲਾ। ਲੇਕਿਨ ਉਹ ਇਹ ਕਹਿੰਦੇ ਸਨ ਕਿ ਮੈਂ ਅਜੇ ਬੈਤ ਨਹੀਂ ਕਰ ਸਕਦਾ, ਮੈਂ ਚਾਹੁੰਦਾ ਕਿ ਮੇਰੇ ਪਹਿਲੋਂ ਬੇਬੇ ਜੀ ਬੈਤ ਕਰਨ ਤੇ ਫਿਰ ਮੈਂ ਬੈਤ ਕਰਾਂ। ਜੀ ਜੀ ਤੇ ਕਹਿੰਦੇ ਕਿ ਅਗਰ ਮੈਂ ਬੈਤ ਕਰ ਲਈ ਤੇ ਉਹ ਤੇ ਸਾਡਾ ਖਾਨਦਾਨ ਬਹੁਤ ਮਜ਼ਹਬੀ ਖਾਨਦਾਨ ਹੈ ਤੇ ਸਾਡੇ ਬੇਬੇ ਜੀ ਨੇ ਤੇ ਪਤਾ ਨਹੀਂ ਉਹਨਾਂ ਦਾ ਕੀ ਰਿਐਕਸ਼ਨ ਹੋਵੇ। ਜੀ ਜੀ ਤਾਂ ਐਸਾ ਅੱਲਾਹ ਤਾਲਾ ਦਾ ਕਰਨਾ ਹੋਇਆ ਕਿ ਕੁਝ ਦੇਰ ਬਾਅਦ ਹੀ ਸਾਡੇ ਬੇਬੇ ਜੀ ਦੀਆਂ ਅੱਖਾਂ ਖਰਾਬ ਹੋ ਗਈਆਂ, ਆਪਰੇਸ਼ਨ ਹੋਣ ਵਾਲਾ ਹੋ ਗਿਆ ਉਹਨਾਂ ਦਾ। ਜੀ ਜੀ ਉਹਨਾਂ ਨੇ ਮਸ਼ਵਰਾ ਦਿੱਤਾ ਮੁਨਸ਼ੀ ਮੁਹੰਮਦ ਦੀਨ ਸਾਹਿਬ ਨੇ ਕਿ ਤੁਸੀਂ ਇੰਜ ਕਰੋ, ਇਹਨਾਂ ਨੂੰ ਕਾਦੀਆਨ ਲੈ ਜਾਓ। ਅੱਛਾ। ਇਹ ਗੱਲ ਕਿਤੇ ਮੈਂ ਸਨ 1900 ਮੇਰਾ ਖਿਆਲ ਹੋਏਗੀ 30 ਦੀ ਗੱਲ ਹੋਏਗੀ, ਜਾਂ ਮੈਂ 30 ਦੀ ਵੀ ਨਹੀਂ ਹੋਣੀ, ਮੇਰਾ ਖਿਆਲ ਸ਼ਾਇਦ 25 ਦੀ ਗੱਲ ਹੋਵੇ ਤਕਰੀਬਨ 1925 ਦੀ। ਉਹ ਕਹਿਣਗੇ ਜੀ ਇਹਨਾਂ ਨੂੰ ਕਾਦੀਆਂ ਲੈ ਜਾਓ, ਉੱਥੇ ਜਾ ਕੇ ਵੇਖਣਗੇ ਕਾਦੀਆਂ, ਇਲਾਜ ਕਰਾਉਣਗੇ ਤੇ ਇਹਨਾਂ ਨੂੰ ਨਾਲੇ ਪਤਾ ਲੱਗੇਗਾ ਤੇ ਫਿਰ ਇਹਨਾਂ ਨੂੰ ਮਤਲਬ ਉਹ ਅੱਲਾ ਬਖਸ਼ੇ ਬੇਬੇ ਜੀ ਨੂੰ ਸਾਡੇ ਤਾਇਆ ਜੀ ਕਾਦੀਆਂ ਲੈ ਗਏ। ਜੀ ਜੀ ਕਾਦੀਆਂ ਜਾ ਕੇ ਹਸਪਤਾਲ ਵਿੱਚ ਇਲਾਜ ਕੀਤਾ ਤੇ ਉਸ ਜ਼ਮਾਨੇ 'ਚ ਇਹ ਐਡਾ ਸੌਖਾ ਨਹੀਂ ਸੀ ਹੁੰਦਾ ਅੱਖਾਂ ਦਾ ਆਪਰੇਸ਼ਨ, ਕਾਫੀ ਦਿਨ ਰਹਿਣਾ ਪੈਂਦਾ ਸੀ। ਜੀ ਜੀ ਉਹ ਸਾਡੇ ਬੇਬੇ ਜੀ ਉਹ ਕਹਿਣ ਲੱਗੇ ਕਿ ਤੁਸੀਂ ਇਹ ਜਾਓ ਉੱਥੇ ਘਰ ਤੇ ਇਹਨਾਂ ਨੂੰ ਮੈਂ ਆਪਣੇ ਘਰ ਲੈ ਜਾਣਾ, ਡਾਕਟਰ ਸਾਹਿਬ ਜਿਹੜੇ ਨੇ। ਜੀ ਜੀ ਹੁਣ ਉਹ ਡਾਕਟਰ ਸਾਹਿਬ ਦਾ ਮੈਨੂੰ ਨਹੀਂ ਪਤਾ, ਕੋਈ ਡਾਕਟਰ ਹਸ਼ਮਤੁੱਲਾ ਸਾਹਿਬ ਸਨ ਗਾਲਬਨ, ਜਾਂ ਮੈਨੂੰ ਸਹੀ ਤਰ੍ਹਾਂ ਨਹੀਂ ਪਤਾ। ਉਹ ਕਹਿਣ ਲੱਗੇ ਤੁਸੀਂ ਨਾ ਇਹਨਾਂ ਨੂੰ ਆਪਣੇ ਚਲੇ ਜਾਓ ਤੁਸੀਂ, ਤੇ ਇਹਨਾਂ ਨੂੰ ਜਿੰਨੇ ਦੇਰ ਅਜੇ ਇਹਨਾਂ ਨੂੰ ਜ਼ਰੂਰਤ ਹੈ ਨਾ ਅਜੇ
ਇਹਦੀ ਮਤਲਬ ਇਲਾਜ ਦੀ ਠੀਕ ਹੋਣ ਤੱਕ ਉਹਨੇ ਦਿਨ ਇਹਨੂੰ ਅਸੀਂ ਘਰ ਲੈ ਜਾਣਾ। ਜੀ ਜੀ ਉਹ ਘਰ ਲੈ ਕੇ ਆਏ ਤੇ ਉਹਨਾਂ ਨੇ ਸਾਡੇ ਬੇਬੇ ਜੀ ਦੀ ਮਤਲਬ ਇਹ ਅਸਾਂ ਆਪਣੇ ਬੇਬੇ ਜੀ ਕੋਲੋਂ ਹੀ ਗੱਲਾਂ ਸੁਣੀਆਂ ਨੇ ਸਾਡੀ। ਜੀ ਜੀ ਸਾਡੇ ਬੇਬੀ ਜੀ ਦਾ ਬਹੁਤ ਖਿਦਮਤ ਕੀਤੀ ਉਹਨਾਂ ਦੀ ਬੇਗਮ ਨੇ, ਠੀਕ ਬਹੁਤ ਖਿਦਮਤ ਕੀਤੀ ਉੱਥੇ, ਤੇ ਨਾਲੇ ਸਾਰਾ ਕੁਝ ਵੇਖਿਆ ਕਿ ਅੱਲਾ ਦੇ ਫਰਮਾਨ ਤੇ ਬਹੁਤ ਹੀ ਨਮਾਜ਼ਾਂ ਪੜ੍ਹਦੇ ਸਾਡੇ ਨੂੰ ਸਾਰਾ ਕੁਝ ਹਰ ਚੀਜ਼, ਔਰ ਸਾਡੇ ਲੋਕਾਂ ਨਾਲੋਂ ਇਹ ਕਈ ਦਰਜੇ ਬਿਹਤਰ ਮੁਸਲਮਾਨ ਨੇ। ਹਾਂਜੀ ਜੀ ਜੀ ਲਓ ਜੀ, ਅੱਲਾਹ ਤਾਲਾ ਦੇ ਫਜ਼ਲ ਦੇ ਨਾਲ ਜਦੋਂ ਉਹ ਉਹਨਾਂ ਨੂੰ ਲੈਣ ਆਏ ਉੱਥੇ ਹਾਂਜੀ ਜੀ ਜੀ ਤੇ ਉਦੋਂ ਬੇਬੇ ਜੀ ਉੱਥੋਂ ਹੀ ਕਾਦੀਆਂ ਤੋਂ ਬੈਤ ਕਰਕੇ ਆਏ। ਮਾਸ਼ਾਅੱਲਾ ਜੀ ਜ਼ਬਰਦਸਤ। ਫਿਰ ਜਦੋਂ ਕਾਦੀਆਂ ਤੋਂ ਬੈਤ ਕਰਕੇ ਆਏ ਤੇ ਫਿਰ ਇੱਥੇ ਆ ਕੇ ਫਿਰ ਮਤਲਬ ਸਾਡੇ ਤਾਇਆ ਜੀ ਜਿਹੜੇ ਨੇ ਉਹਨਾਂ ਵੀ ਬੈਤ ਕਰ ਲਈ ਜੀ। ਫਿਰ ਉਸ ਤੋਂ ਬਾਅਦ ਅੱਲਾ ਦੇ ਫਜ਼ਲ ਨਾਲ ਸਾਡੇ ਚਾਚਾ ਜੀ ਨੇ, ਫਿਰ ਸਾਡੇ ਅੱਬਾ ਜੀ ਨੇ, ਸਭ ਨੇ ਅੱਲਾ ਜਜ਼ਾਕੱਲਾ। ਟਾਈਮ ਵੀ ਖਤਮ ਹੋ ਰਿਹਾ ਹਾਂਜੀ, ਬਸ ਇਹ ਵਾਕਿਆ ਵੀ ਖਤਮ ਹੋ ਗਿਆ ਜੀ ਜੀ ਤੇ ਜਜ਼ਾਕੁਮੁੱਲਾਹ ਅਹਿਸਨ ਜਜ਼ਾ। ਤੇ ਇਹ ਮੈਸੀ ਕਿ ਮੈਂ ਇੱਕ ਪਹਿਲੂ ਸੀ ਬਾਨ ਸੀ, ਅੱਲਾਹ ਤਾਲਾ ਨੇ ਉਸ ਅਦਬ ਦੇ ਜ਼ਰੀਏ ਬੜੀ ਵੱਡੀ ਨਿਮਤ ਦਿੱਤੀ। ਜੀ ਜੀ ਜਿਹੜਾ ਇਹਦੇ ਵਿੱਚ ਮੈਂ ਗੌਰ ਕੀਤਾ ਸਾਡੇ ਸਾਰੇ ਵਾਕਿਆ ਦੇ ਵਿੱਚ, ਉਹਦੇ 'ਚ ਉਹਨਾਂ ਦੇ ਦਿਲ 'ਚ ਅੱਲਾਹ ਤਾਲਾ ਨੇ ਪਾਇਆ ਕਿ ਇਹ ਸਕੂਲ ਦੇ ਵਿੱਚ, ਕਿਉਂਕਿ ਤੁਹਾਡੇ ਟੀਚਰ ਨੇ, ਉਹਨਾਂ ਦਾ ਮਕਾਮ ਟੀਚਰ ਦਾ ਜ਼ਾਹਰ ਬਾਪ ਦੇ ਬਰਾਬਰ ਹੁੰਦਾ, ਔਰ ਉਹਨਾਂ ਦੀ ਟ੍ਰਾਂਸਫਰ ਹੋਈ ਉੱਥੋਂ, ਫਿਰ ਇੱਕ ਲਿੰਕ ਬਣਿਆ ਕਿਉਂਕਿ ਰਸਤੇ ਲੰਘੇ ਦਿਖਾਉਂਦਾ ਕਿ ਕਿਸ ਤਰ੍ਹਾਂ ਤੁਸੀਂ ਚੱਲਣਾ ਨਾ। ਉਹ ਬੰਦੇ ਦੇ ਲਈ ਆਪਣਾ ਉਹਦਾ ਇੱਕ ਅੱਲਾਹ ਤਾਲਾ ਦਾ ਪ੍ਰੋਗਰਾਮ ਹੁੰਦਾ, ਉਹ ਇਨਸਾਨਾਂ ਦੇ ਦਿਮਾਗਾਂ 'ਚ ਪਾਈ ਜਾਂਦਾ ਨਾ। ਉਹਦੇ ਮੁਤਾਬਕ ਕਿ ਸਾਰਾ ਤੁਹਾਡਾ ਜਿਹੜਾ ਖਾਨਦਾਨ ਰਹਿੰਦੀ ਹੋਇਆ, ਅਗਰ ਉੱਥੇ ਹੀ ਬੈਠੇ ਰਹਿੰਦੇ, ਇੱਕ ਫਰਜ਼ ਕਰੋ ਤੇ ਨਾ ਜਾਂਦੇ ਉੱਥੇ ਨਵੇਂ ਸਕੂਲ ਦੇ ਵਿੱਚ, ਤੇ ਕਿੱਥੇ ਪਤਾ ਚੱਲਣਾ ਸੀ ਨਾ। ਇਹ ਇੱਕ ਅੱਲਾਹ ਤਾਲਾ ਦੀ ਤਰਫੋਂ ਤੁਹਾਡੇ ਤੇ ਫਜ਼ਲ ਹੋਇਆ ਜਿਹਦਾ ਅੱਜ ਤੁਸੀਂ ਫਲ ਖਾ ਰਹੇ ਜੀ। ਹਾਂਜੀ ਅਲਹਮਦੁਲਿल्लाह, ਬਹੁਤ ਸ਼ੁਕਰੀਆ ਮਾਲਿਕ ਸਾਹਿਬ, ਬਹੁਤ ਅੱਛਾ ਲੱਗਾ ਤੁਹਾਡਾ। ਠੀਕ ਹੈ ਜਨਾਬ, ਬਹੁਤ ਸ਼ੁਕਰੀਆ, ਜਜ਼ਾਕੁਮੁੱਲਾਹ ਅਹਿਸਨ ਜਜ਼ਾ। ਅੱਲਾਹ ਹਾਫਿਜ਼। 9 ਬ੍ਰਦਰਸ ਟੀਵੀ ਨੂੰ ਸਬਸਕ੍ਰਾਈਬ ਕਰੋ।